ਤੁਹਾਨੂੰ ਪਤਾ ਹੀ ਹੈ ਕਿ ਸਵੇਰ ਤੋਂ ਅਸੀਂ ਲਗਾਤਾਰ ਇਹ ਪੋਲੀਟੀਕਲ ਪਾਰਟੀਜ਼ ਦੇ ਲੋਕਾਂ ਨੂੰ ਬੁਲਾ ਕੇ ਗੱਲ ਕਰ ਰਹੇ ਹਾਂ, ਉਹਨਾਂ ਦਾ ਵਿਜ਼ਨ, ਉਹਨਾਂ ਦੀ ਸੋਚ ਦਰਸ਼ਕਾਂ ਸਾਹਮਣੇ ਰੱਖ ਰਹੇ ਹਾਂ, ਔਰ ਤਾਂ ਕਿ ਦਰਸ਼ਕ ਡਿਸਾਈਡ ਕਰ ਸਕਣ ਕਿ ਉਹ ਕਿਸ ਨੂੰ ਵੋਟ ਪਾਉਣਗੇ, ਕਿਉਂ ਪਾਉਣਗੇ। ਅਤੇ ਮੈਂ ਤੁਹਾਨੂੰ ਵੀ ਪਹਿਲਾਂ ਇਹੀ ਸਵਾਲ ਕਰਦਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗੱਠਜੋੜ ਹੈ, ਹੁਣ ਤੁਸੀਂ ਵੱਡੇ ਬ੍ਰਦਰ ਦੀ ਭੂਮਿਕਾ 'ਚ ਆ ਗਏ ਅਤੇ ਕੈਪਟਨ ਸਾਹਿਬ ਨੇ ਤੁਹਾਡੇ ਨਾਲ ਔਰ ਢੀਂਡਸਾ ਸਾਹਿਬ ਨੇ, ਤੁਹਾਡੇ ਗੱਠਜੋੜ ਨੂੰ ਕਿਉਂ ਲੋਕ ਚੁਣਨ? ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀਆਂ ਵੀ ਸਟੇਟਾਂ 'ਤੇ ਤੁਸੀਂ ਨਜ਼ਰ ਮਾਰੋ, ਹੁਣੇ ਪੰਜਾਬ ਦੇ ਕਰਜ਼ੇ ਦੀ ਗੱਲ ਕਰ ਰਹੇ ਸੀ। ਹਾਂਜੀ, ਸਾਰਿਆਂ 'ਤੇ ਹੀ ਕਰਜ਼ਾ। ਇੱਕ ਭਾਸ਼ਣ ਦੇਣ ਲਈ ਤਾਂ ਅਸੀਂ ਇੱਥੇ ਦੇ ਦਿੰਦੇ ਹਾਂ ਸਾਰੇ ਪੋਲੀਟੀਕਲ ਲੀਡਰ, ਬਿਲਕੁਲ। ਉਹ ਰਾਘਵ ਚੱਡਾ ਜੀ ਵੀ ਬੋਲ ਰਹੇ ਸੀ, ਬਾਕੀ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ, ਪਰ ਉਹ ਆਪਣੀਆਂ ਆਪਣੀਆਂ ਸਟੇਟਾਂ ਦਾ ਸਾਰਾ ਨਜ਼ਰੀਆ ਦੇਖਣ। ਸਭ 'ਤੇ ਕਰਜ਼ਾ, ਔਰ ਕਰਜ਼ਾ ਵੱਧ ਰਿਹਾ, ਉਹ ਘੱਟ ਨਹੀਂ ਰਿਹਾ। ਅਤੇ ਮੈਂ ਕਿਸੇ ਇੱਕ ਪਰਟੀਕੂਲਰ ਸਟੇਟ ਦਾ ਨਹੀਂ ਕਹਾਂਗਾ। ਸਾਡਾ ਜੇ ਅੱਜ ਸਟੇਟ ਚਲਾਉਣੀ ਹੈ ਅਤੇ ਪੈਸਾ ਜਿੰਨਾ ਵੀ ਆਉਂਦਾ ਉਹ ਕੇਂਦਰ ਤੋਂ ਆਉਂਦਾ। ਸਾਡੀ ਸਰਕਾਰ ਦਾ ਇਹੀ ਲਾਭ ਹੋਏਗਾ ਕਿ ਇਹ ਡਬਲ ਇੰਜਨ ਦੀ ਸਰਕਾਰ ਹੋਏਗੀ। ਕੇਂਦਰ 'ਚ ਵੀ ਮੋਦੀ ਜੀ ਦੀ ਸਰਕਾਰ, ਔਰ ਪੰਜਾਬ 'ਚ ਵੀ ਅਗਰ ਬੀਜੇਪੀ ਦੀ ਸਰਕਾਰ ਆਏਗੀ ਤਾਂ ਨਿਸ਼ਚਿਤ ਆ ਕਿ ਉਹ ਵਧੀਆ ਪਰਫਾਰਮ ਕਰੇਗੀ, ਔਰ ਉਹਨੂੰ ਮਦਦ ਕੇਂਦਰ ਦੀ ਤਰਫੋਂ ਆਏਗੀ। ਔਰ ਉਹ ਤੁਸੀਂ ਦੇਖਿਆ ਹੋਣਾ ਪਿਛਲੀ ਸਰਕਾਰ 'ਚ ਜਿਹੜਾ ਇਹ ਜਿਸ ਤਰ੍ਹਾਂ ਨਰੇਗਾ ਮੰਤਰੀ ਨੇ ਜਿਹੜੇ ਗਿਰੀਰਾਜ ਸਿੰਘ ਮੇਰੇ ਮਿੱਤਰ ਆ, ਮੇਰੇ ਨਾਲ ਹੀ ਕੰਮ ਕਰਦੇ ਰਹੇ ਲੰਬਾ ਸਮਾਂ। ਮੈਂ ਇੱਕ ਦਿਨ ਪੁੱਛਿਆ ਵੀ ਪੰਜਾਬ 'ਚ ਨਰੇਗਾ ਦਾ ਕਿਸ ਤਰ੍ਹਾਂ ਦੀ ਸਥਿਤੀ ਆ ਜੀ। ਕਹਿਣ ਲੱਗਾ ਗਰੇਵਾਲ ਸਾਹਿਬ ਹਰ ਵਿਧਾਇਕ ਹਰ ਜਗ੍ਹਾ ਤੇ ਕਰੋੜਾਂ ਰੁਪਇਆ ਖਾਇਆ ਗਿਆ। ਮੈਂ ਕਿਹਦੇ ਤੇ ਮੁਕੱਦਮੇ ਦਰਜ ਕਰਦੇ ਹਾਂ। ਅੱਛਾ, ਠੀਕ ਹੈ। ਇਸੇ ਤਰ੍ਹਾਂ ਹੀ ਬਾਕੀ ਵੀ ਜਿਹੜਾ ਪੈਸਾ ਆਉਂਦਾ ਉਹਦੇ ਯੂਸੀ ਨਹੀਂ ਦਿੱਤੇ ਜਾਂਦੇ, ਯੂਜ਼ਰ ਸਰਟੀਫਿਕੇਟ। ਜਦੋਂ ਉਹ ਨਹੀਂ ਦਿੱਤੇ ਜਾਣਗੇ ਤਾਂ ਦੁਬਾਰਾ ਪੈਸਾ ਨਹੀਂ ਆਏਗਾ। ਇਸ ਕਰਕੇ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ, ਔਰ ਪਰਫਾਰਮ ਤਦ ਹੀ ਕਰ ਪਾਏਗੀ ਸਟੇਟ ਗਵਰਨਮੈਂਟ। ਨਹੀਂ ਤਾਂ ਕਿਸੇ ਵੀ ਪਾਰਟੀ ਦੀ ਲੈ ਆਓ, ਬੜੀਆਂ ਬੜੀਆਂ ਗੱਲਾਂ ਕਰਨ ਵਾਲਿਆਂ ਦੀ ਲੈ ਆਓ, ਉਹ ਫਿਰ ਨਹੀਂ ਕਰ ਪਾਏਗੀ, ਔਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋਣਗੇ। ਇਹ ਜਿਹੜੀ ਤੁਸੀਂ ਪੈਸੇ ਦੀ, ਚਲੋ ਪਹਿਲਾਂ ਗੱਲ ਕਰ ਲੈਂਦੇ ਹਾਂ। ਪਤਾ ਇਹ ਲੱਗਿਆ ਸੀ, ਔਰ ਮੈਂ ਜਿਹੜਾ ਮੇਰਾ ਆਪਣਾ ਪ੍ਰੋਗਰਾਮ ਖਬਰ 'ਤੇ ਨਜ਼ਰ ਹੈ ਉਹਦੇ ਵਿੱਚ ਮੈਂ ਪੂਰੀ ਡਿਟੇਲ ਦਿੱਤੀ ਸੀ ਕਿ ਜੇ 5 ਜਨਵਰੀ ਨੂੰ ਮੋਦੀ ਸਾਹਿਬ ਰੈਲੀ ਵਾਲੀ ਥਾਂ 'ਤੇ ਜਾਂਦੇ ਤਾਂ ਤਕਰੀਬਨ 2 ਲੱਖ ਕਰੋੜ ਦਾ ਪ੍ਰੋਜੈਕਟ ਜਾਂ ਫਾਇਦਾ ਜਿਹੜੀ ਪੰਜਾਬ ਨੂੰ ਹੋ ਜਾਣਾ ਸੀ ਵੱਖ-ਵੱਖ ਪ੍ਰੋਜੈਕਟਾਂ ਦਾ। ਅਤੇ ਹੁਣ ਤੁਸੀਂ ਤਾਂ ਉਸ ਪਾਰਟੀ ਦੇ ਬੜੇ ਸੀਨੀਅਰ ਨੇਤਾ ਹੋ, ਅਤੇ ਉਹ ਜੋ ਹੋ ਗਿਆ ਪੰਜਾਬ ਦੇ ਲੋਕਾਂ ਦਾ ਤਾਂ ਉਹਦੇ 'ਚ ਕੋਈ ਕਸੂਰ ਨਹੀਂ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਉਹ ਦੇਣਗੇ? ਦੇਖੋ, ਮੋਦੀ ਜੀ ਨੂੰ ਇੰਨਾ ਛੋਟਾ ਕਰਕੇ ਨਹੀਂ ਦੇਖਣਾ ਚਾਹੀਦਾ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਡਿਵੈਲਪਮੈਂਟ ਦੀਆਂ ਸਕੀਮਾਂ ਆਉਣਗੀਆਂ, ਇੱਕ ਸਮਾਂ ਹੁੰਦਾ ਹਰ ਚੀਜ਼ ਦਾ। ਉਸ ਦਿਨ ਇੱਕ ਸਮਾਂ ਐਸਾ ਆਇਆ ਸੀ, ਅਸੀਂ ਉਹਨਾਂ ਕੋਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਉਣ ਦੀ ਬਹੁਤ ਦੇਰ ਤੋਂ ਗੁਜ਼ਾਰਿਸ਼ ਕਰਦੇ ਸੀ, ਔਰ ਇੱਕ ਵਾਰ ਤਾਂ ਲੰਬੀ ਚੌੜੀ ਡਿਸਕਸ਼ਨ ਵੀ ਹੋਈ ਉਹਦੇ 'ਤੇ। ਫਿਰ ਉਹਨਾਂ ਨੇ ਸਿੱਖ ਵਿਦਵਾਨਾਂ ਨੂੰ, ਮਾਹਿਰਾਂ ਨੂੰ ਬੁਲਾਇਆ, ਬੁਲਾ ਕੇ ਵੀ ਗੱਲ ਹੋਈ। ਇਹ ਇੱਦਾਂ ਨਹੀਂ ਕਰ ਦਿੰਦੇ ਉਹ। ਅੱਛਾ। ਔਰ ਉਹ ਵੀਰ ਬਾਲ ਦਿਵਸ ਦੇ ਰੂਪ 'ਚ ਜੋ ਘੋਸ਼ਣਾ ਹੋਈ, ਉਹ ਕੀ ਆ, ਇੱਕ ਭਾਸ਼ਾ ਦਾ ਅੰਤਰ ਆ। ਪਰ ਚਲੋ ਵਿਵਾਦ ਤਾਂ, ਮੈਂ ਵਿਵਾਦ ਦੱਸਦਾ, ਵਿਵਾਦ ਵੀ ਕਿਉਂ ਕਰਦੇ ਆ ਲੋਕ। ਵਿਵਾਦ ਇਸ ਕਰਕੇ ਕਰਦੇ ਆ ਕਿ ਇੱਕ ਪਰਿਵਾਰ ਦੇ ਲਈ ਹੀ ਧਰਮ ਦੀ ਵਰਤੋਂ ਹੋ ਰਹੀ ਆ। ਗੁਰੂ ਨਾਨਕ ਦਾ ਜਿਹੜਾ ਮਿਸ਼ਨ ਆ ਨਾ, ਉਹ ਬਹੁਤ ਛੋਟਾ ਕੀਤਾ ਜਾ ਰਿਹਾ, ਔਰ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ। ਉਹ ਪਰਿਵਾਰ ਨੂੰ ਪ੍ਰਫੁੱਲਤ ਕਰਨ ਲਈ ਕੀਤਾ ਜਾ ਰਿਹਾ। ਤੁਹਾਨੂੰ ਪਤਾ ਕਿ ਗੁਰੂ ਸਾਹਿਬ ਜਦੋਂ ਚਮਕੌਰ ਦੀ ਗੜੀ 'ਚ ਯੁੱਧ ਦੇ ਮੈਦਾਨ 'ਚ ਜਾ ਰਹੇ ਸੀ, ਘੋੜੇ 'ਤੇ ਸਵਾਰ ਸੀ, ਤਾਂ ਇੱਕ ਜਗ੍ਹਾ ਜਾ ਕੇ ਘੋੜਾ ਰੁਕ ਗਿਆ, ਔਰ ਘੋੜਾ ਬਹੁਤ ਸਿਆਣਾ ਜਾਨਵਰ ਹੁੰਦਾ, ਉਹ ਤਾਂ ਗੁਰੂ ਸਾਹਿਬ ਦਾ ਘੋੜਾ ਸੀ, ਅਤੇ ਉਹਨੇ ਇੱਕ ਪੈਰ ਚੱਕਿਆ ਹੋਇਆ, ਅੱਖਾਂ 'ਚੋਂ ਨੀਰ ਵਹਾ ਰਿਹਾ ਸੀ। ਉਹ ਕੋਸ਼ਿਸ਼ ਕਰ ਰਹੇ ਸੀ ਉਹਨੂੰ ਕਿ ਇਹ ਅੱਗੇ ਚੱਲੇ, ਨਹੀਂ ਜਾ ਰਿਹਾ ਸੀ। ਉਹ ਪਿੱਛੇ ਭਾਈ ਦਇਆ ਸਿੰਘ ਆ ਰਹੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਦੇਖੋ ਇਹ ਘੋੜਾ ਕਿਉਂ ਨਹੀਂ ਅੱਗੇ ਜਾ ਰਿਹਾ। ਉਹਨਾਂ ਨੇ ਦੇਖ ਕੇ ਦੂਸਰੀ ਤਰਫ ਮੋੜਿਆ ਅਤੇ ਉਹਨਾਂ ਨੂੰ ਕਹਿੰਦੇ ਗੁਰੂ ਸਾਹਿਬ ਤੁਸੀਂ ਚੱਲੋ, ਮੈਂ ਆਉਣਾ। ਉਹ ਕਹਿੰਦੇ ਤੁਸੀਂ ਬਾਅਦ 'ਚ ਕਿਉਂ ਆਉਂਦੇ ਹੋ? ਭਾਈ ਸਾਹਿਬ ਕਹਿਣ ਲੱਗੇ ਕਿ ਸਾਹਿਬਜ਼ਾਦਿਆਂ ਦੀ ਲਾਸ਼ ਪਈ ਸੀ, ਘੋੜਾ ਅੱਖਾਂ 'ਚੋਂ ਨੀਰ ਵਹਾ ਰਿਹਾ ਸੀ, ਅਤੇ ਮੈਂ ਸੰਸਕਾਰ ਕਰਕੇ ਆਉਣਾ ਸਾਹਿਬਜ਼ਾਦਿਆਂ ਦਾ। ਗੁਰੂ ਸਾਹਿਬ ਨੇ ਕੀ ਕਿਹਾ ਕਿ ਤੁਹਾਡੇ 'ਤੇ ਖਾਲਸਾ ਦੀ ਸਿੱਖਿਆ ਦਾ ਕੋਈ ਅਸਰ ਨਹੀਂ। ਆ ਜਿੰਨੀਆਂ ਲਾਸ਼ਾਂ ਪਈਆਂ ਨੇ ਸਾਰੇ ਮੇਰੇ ਸਾਹਿਬਜ਼ਾਦੇ ਆ,
ਇਹ ਇਕੱਲੇ ਮੇਰੇ ਸਾਹਿਬਜ਼ਾਦੇ ਨਹੀਂ, ਇਹ ਉਹ ਧਰਮ ਆ, ਤਿਆਗ ਤਪੱਸਿਆ ਨਾਲ ਬਣਿਆ ਹੋਇਆ ਧਰਮ ਆ। ਉਸ ਦਾ ਇਸਤੇਮਾਲ ਇੱਕ ਪਰਿਵਾਰ ਲਈ ਕੀਤਾ ਜਾਵੇ, ਉਹ ਗੁਰੂ ਦੇ ਨਾਲ ਵੀ ਧੋਖਾ, ਉਹ ਗੁਰੂ ਦੀ ਬੇਅਦਬੀ ਉਹ ਆ। ਜਦੋਂ ਗੁਰੂ ਸਾਹਿਬ ਭਾਈ ਦਇਆ ਸਿੰਘ ਨੂੰ ਕਹਿ ਸਕਦੇ ਨੇ ਇਹ ਗੱਲ, ਜਿਹੜੇ 5 ਪਿਆਰਿਆਂ ਚੋਂ ਇੱਕ ਸੀ, ਅੱਜ ਇਹਨਾਂ ਨੂੰ ਕੋਈ ਕਹਿ ਨਹੀਂ ਸਕਦਾ। ਜਦੋਂ ਤੁਸੀਂ ਇਹਨਾਂ ਦੇ ਨਾਲ ਸੀ ਕਹਿੰਦੇ ਸੀ? ਬਿਲਕੁਲ, ਮੈਂ ਤਾਂ ਕਹਿੰਦਾ ਰਿਹਾ, ਮੈਂ ਬਹੁਤ ਕਸ਼ਟ ਵੀ ਭੁਗਤੇ ਨੇ। ਅਸੀਂ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਸੀ ਜ਼ਿਆਦਾ ਤਕਲੀਫ 'ਚ ਨਹੀਂ ਸੀ ਹੁੰਦੇ ਜਿੰਨੇ ਸਿੱਖ ਭਾਜਪਾ 'ਚ ਕੰਮ ਕਰਦੇ ਸੀ, ਤੇ ਜਦੋਂ ਸਰਕਾਰ ਇਹਨਾਂ ਦੀ ਆ ਜਾਂਦੀ ਸੀ ਉਸ ਤੋਂ ਬਾਅਦ ਬਹੁਤ ਕਸ਼ਟ ਭੁਗਤਦੇ ਸੀ। ਮੈਂ ਪਾਰਟੀ ਦੇ ਅੰਦਰ ਬੋਲਦਾ ਸੀ ਕਿਉਂਕਿ ਅਸੀਂ ਅਨੁਸ਼ਾਸਨ 'ਚ ਡਿਸਪਲਿਨ ਆ ਸਾਡੇ ਬਹੁਤ ਜ਼ਿਆਦਾ। ਅੱਛਾ। ਤੇ ਅਸੀਂ ਅੰਦਰ ਸਾਰੀ ਗੱਲ ਕਰਦੇ ਹਾਂ, ਹੁਣ ਵੀ ਕਰਦੇ ਹਾਂ। ਜੇ ਸਾਡੀ ਪਾਰਟੀ 'ਚ ਕੋਈ ਗਲਤੀ ਹੋਵੇ ਉਹ ਵੀ ਅਸੀਂ ਪੂਰੇ ਜ਼ੋਰ ਨਾਲ ਰੱਖੀ ਦੀ ਹੈ। ਤੇ ਮੈਂ ਥੋੜੀ ਜਿਹੜੀ ਤੁਸੀਂ ਕਿਹਾ ਹੈ ਕਿ ਡਿਸਕਸ਼ਨ ਕੀਤੀ ਮੋਦੀ ਸਾਹਿਬ ਨੇ, ਤੇ ਵੀਰਵਾਲ ਦਿਵਸ ਦੇ ਨਾਂ ਤੇ ਸਹਿਮਤੀ ਬਣੀ ਤੇ ਉਹਨਾਂ ਨੇ ਡਿਕਲੇਅਰ ਕਰਤਾ, ਇਹ ਫਿਰ ਚਲੋ ਮੰਨ ਲਈ ਤੁਹਾਡੀ ਗੱਲ ਵੀ ਕਿਸੇ ਪਰਿਵਾਰ ਲਈ ਹੈ, ਪਰ ਜਿਹੜੇ ਵਿਦਵਾਨ ਸੀ ਉਹਨਾਂ ਨੇ ਇਹ ਨਾਂ ਉਹਨਾਂ ਨੇ ਸੁਜੈਸਟ ਕੀਤਾ ਸੀ। ਨਹੀਂ, ਉਹ ਕਿਉਂ ਸੁਜੈਸਟ ਕੀਤਾ ਮੈਂ ਉਹੀ ਦੱਸਣ ਲੱਗਿਆ ਸੀ। ਹਾਂਜੀ ਹਾਂ। ਗੁਰੂ ਨਾਨਕ ਨੂੰ ਮੰਨਣ ਵਾਲੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤ ਆ ਨਾ, ਉਹ ਖਾਲੀ ਸਿੱਖ ਨਹੀਂ ਹੈ। ਤੁਸੀਂ ਅਰੁਣਾਚਲ ਜਾਓ, ਉੱਥੇ ਨਾਨਕ ਲਾਮਾ ਕਹਿ ਕੇ ਪੂਜਾ ਹੁੰਦੀ ਹੈ। ਇੱਕ ਗੁਫਾ ਗੁਰੂ ਨਾਨਕ ਦੀ, ਉੱਥੋਂ ਦੇ ਜਿਹੜੇ ਤਿੱਬਤੀ ਨੇ ਉਹਨਾਂ ਦਾ ਜੇ ਬੱਚਾ ਪੜ੍ਹਾਈ 'ਚ ਕਮਜ਼ੋਰ ਹੋਵੇ ਤਾਂ ਉਹ ਕਾਪੀ ਤੇ ਪੈਨ ਉੱਥੇ ਰੱਖਿਆ ਹੁੰਦੇ ਨੇ, ਸਵੇਰੇ ਉੱਥੋਂ ਚੱਕ ਲਿਆਉਂਦੇ ਨੇ। ਉਹਨਾਂ ਦੀ ਇਹ ਆਸਥਾ, ਮੈਨੂੰ ਨਹੀਂ ਪਤਾ ਹੁੰਦਾ ਜਾਂ ਨਹੀਂ ਹੁੰਦਾ, ਉਹਨਾਂ ਦਾ ਇਹ ਮੰਨਣਾ ਹੈਗਾ ਕਿ ਬੱਚਾ ਸਵੇਰੇ ਅੱਛੇ ਨੰਬਰਾਂ 'ਚ ਪਾਸ ਹੋ ਜਾਂਦਾ। ਔਰ ਇਸੇ ਤਰ੍ਹਾਂ ਤੁਸੀਂ, ਮੈਂ ਇੱਧਰ ਗਿਆ CIS ਕੰਟਰੀ 'ਚ ਬਹੁਤ ਘੁੰਮਣ ਦਾ ਮੌਕਾ ਮਿਲਿਆ, ਉਜ਼ਬੇਕਿਸਤਾਨ, ਤਾਜਿਕਸਤਾਨ, ਕਿਰਗਿਜ਼ਸਤਾਨ, ਇਹ ਸਾਰੇ। ਉੱਥੇ ਕਈ ਪਿੰਡਾਂ 'ਚ ਅੱਜ ਵੀ ਉੱਥੋਂ ਦਾ ਕਲਚਰ ਹੈ, ਉਹ ਇਸਲਾਮ ਨੂੰ ਮੰਨਣ ਵਾਲੇ ਨੇ, ਅੱਜ ਵੀ ਪੰਜਾਬੀ ਬੋਲੀ ਜਾਂਦੀ ਹੈ ਔਰ ਗੁਰੂ ਦੀ ਦੇਗ ਬਣਦੀ ਹੈ। ਅੱਛਾ। ਪਤਾ ਨਹੀਂ ਹੁਣ ਉਹਨਾਂ ਨੂੰ ਸਮਝ ਹੈ ਕਿ ਕਿਹੜੇ ਗੁਰੂ ਦੀ ਦੇਗ ਬਣਾਉਣੇ ਆ, ਉਹ ਗੁਰੂ ਨਾਨਕ ਦੀ ਹੈ। ਠੀਕ ਹੈ। ਅੱਛਾ, ਇਸੇ ਤਰ੍ਹਾਂ ਜਿਹੜੇ ਸਿੰਧੀ ਨੇ, ਉਹ ਤਾਂ ਆਪਾਂ ਜਾਣਦੇ ਹੀ ਹੈ, ਕਰਤਾਰਪੁਰ ਸਾਹਿਬ ਮੈਂ ਗਿਆ, ਜਾ ਕੇ ਆਇਆ ਇਸ ਵਾਰ। ਉਹ ਸਾਰੇ ਇਸਲਾਮ ਨੂੰ ਮੰਨਣ ਵਾਲੇ ਨੇ ਪਰ ਗੁਰੂ ਨਾਨਕ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਮੰਨਦੇ ਆ। ਪੂਰੀ ਦੁਨੀਆ ਦੇ ਅੰਦਰ ਜਿਹੜੇ ਬੰਜਾਰੇ ਨੇ ਨਾ, ਜਿਨ੍ਹਾਂ ਨੂੰ ਆਪਾਂ ਜਿਪਸੀ ਕਹਿੰਦੇ ਆ, ਇਹਨਾਂ ਦੀ ਇੱਕ ਭਾਸ਼ਾ ਹੈਗੀ ਆ ਗੌਰ ਬੋਲੀ। ਉਹ ਆਪਣੀ ਭਾਸ਼ਾ ਜਿਹੜੀ ਆ ਉਹ ਪੂਰੇ, ਜੇ ਕਰਨਾਟਕ ਦਾ ਬੰਜਾਰਾ ਤਾਂ ਉਹ ਕੰਨੜ ਵੀ ਬੋਲੇਗਾ ਔਰ ਆਪਣੀ ਭਾਸ਼ਾ ਘਰ 'ਚ ਬੋਲਣਗੇ। ਤੇ ਜੇ ਇਟਲੀ ਦਾ ਬੰਜਾਰਾ ਜਿਹਨੂੰ ਜਿਪਸੀ ਕਹਿੰਦੇ ਆ, ਉਹ ਗੌਰ ਬੋਲੀ ਘਰ 'ਚ ਬੋਲੇਗਾ ਪਰ ਇਟਾਲੀਅਨ ਬੋਲੇਗਾ ਉੱਥੇ। ਇਸੇ ਤਰ੍ਹਾਂ ਮੈਂ ਬਹੁਤਾ ਲੰਬਾ ਨਹੀਂ ਇਹਦੇ 'ਤੇ ਜਾਂਦਾ। ਤੇ ਉੱਥੇ ਵੀ ਹਰ ਬੰਜਾਰੇ ਦੇ ਘਰ 'ਚ ਅੱਜ ਵੀ ਗੁਰੂ ਦੀ ਦੇਗ ਬਣਦੀ ਆ, ਉਹ ਵੀ ਨਾਨਕ ਨਾਮ ਲੇਵਾ ਸੰਗਤ ਆ। ਤੇ ਉਹਨਾਂ ਸਾਰਿਆਂ ਨੂੰ ਜੇ ਤੁਸੀਂ ਦੱਸਣਾ ਹੈਗਾ ਤਾਂ ਪੰਜਾਬੀ ਭਾਸ਼ਾ 'ਚ ਨਹੀਂ ਦੱਸ ਸਕਦੇ ਅੱਜ, ਤੇ ਉਹ ਦੱਸਣਾ ਪਏਗਾ। ਜਿਹੜਾ ਵੀਰਵਾਲ ਦਿਵਸ ਆ, ਉਹਦਾ ਮਤਲਬ ਕੀ ਆ? ਵੀਰ ਦਾ ਮਤਲਬ ਬਹਾਦਰ, ਭਾਸ਼ਾ ਦਾ ਹੀ ਅੰਤਰ ਹੈ ਨਾ। ਤੁਸੀਂ ਹੋਰ ਵਿੱਚ ਕੁਝ ਲਵਾਉਣਾ ਚਾਹੁੰਦੇ ਹੋ, ਲਵਾ ਲਓ। ਉਹਨੂੰ ਕ੍ਰਿਟਿਸਿਜ਼ਮ ਕਰਨ ਦੀ ਬਜਾਏ ਉਸ ਪ੍ਰਧਾਨ ਮੰਤਰੀ ਦਾ ਜਿਹੜਾ ਇੰਨਾ ਸਤਿਕਾਰ ਕਰਦਾ ਹੋਵੇ, 84 ਦੀ ਨਸਲਕੁਸ਼ੀ ਹੋਈ, ਸਿੱਖ ਪ੍ਰਧਾਨ ਮੰਤਰੀ ਰਿਹਾ ਇਸ ਮੁਲਕ ਦਾ, ਸਿੱਖ ਰਾਸ਼ਟਰਪਤੀ ਵੀ ਰਿਹਾ, ਕਿਸੇ ਨੇ ਸਜ਼ਾ ਨਹੀਂ ਦਿੱਤੀ। ਜੇ ਗੁਜਰਾਤ 'ਚ ਦੰਗੇ ਹੋਏ ਤਾਂ ਉੱਥੇ 175 ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ। ਸਾਡੀ ਕੈਬਨਿਟ ਮਿਨਿਸਟਰ ਸੀ ਮਾਇਆ ਕੋਡਨਾਨੀ, ਉਮਰ ਕੈਦ ਦੀ ਸਜ਼ਾ ਹੋ ਗਈ ਗੁਜਰਾਤ ਦੇ ਦੰਗਿਆਂ 'ਚ। ਇਹ ਉਸ ਕੌਮ ਦੀ, ਉਸ ਖਾਲਸਾ ਦੀ ਨਸਲਕੁਸ਼ੀ ਹੋਈ ਹੋਵੇ, ਕੋਈ ਇੱਕ ਵੀ ਬੰਦਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ। 3 ਦਿਨ ਲਗਾਤਾਰ ਨਸਲਕੁਸ਼ੀ ਹੁੰਦੀ ਰਹੀ, ਗਲਾਂ 'ਚ ਟਾਇਰ ਪਾਏ, ਰੇਪ ਕੀਤੇ ਗਏ ਔਰ ਉਸ ਕੋਈ ਇੱਕ ਵੀ ਮੁਕੱਦਮਾ ਦਰਜ ਨਹੀਂ ਹੋਇਆ। ਇੰਨੀ ਨਾਇਨਸਾਫੀ ਉਸ ਕੌਮ ਦੇ ਨਾਲ ਹੋਵੇ। ਤੇ ਉਸ ਤੋਂ ਬਾਅਦ ਅੱਜ ਵੀ ਮੈਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਦਾ, ਚਰਨਜੀਤ ਚੰਨੀ ਨੂੰ ਪੁੱਛਦਾ, ਸੁੱਖੀ ਰੰਧਾਵਾ ਨੂੰ ਪੁੱਛਦਾ, ਤੁਸੀਂ ਕਾਹਦੇ ਸਿੱਖ ਹੋ? ਅੱਜ ਵੀ 27 ਜਿਨ੍ਹਾਂ ਤੇ ਦੰਗਿਆਂ ਦੇ ਦੋਸ਼ ਨੇ, ਲੀਡਰ ਨੇ, ਜਿਨ੍ਹਾਂ 'ਚ ਇਹ ਤੁਹਾਡਾ ਮਹਾਰਾਸ਼ਟਰ, ਉੱਥੋਂ ਦਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਜਗਦੀਸ਼ ਟਾਈਟਲਰ ਆ, ਹੋਰ ਕਿੰਨੇ ਲੋਕ ਨੇ, ਅਜੇ ਮਾਕਨ ਆ, ਉਹ ਤਾਂ ਪਰਿਵਾਰ ਹੀ ਉਹਦੇ ਸਿੱਖਾਂ ਦੇ ਖੂਨ ਨਾਲ ਹੱਥ ਰੰਗੇ ਹੋਏ ਸੀ। ਉਹਨਾਂ ਦੇ 27 ਲੋਕਾਂ 'ਚੋਂ ਇੱਕ ਵਾਰ ਨਹੀਂ ਕਿਹਾ ਕਿ 27 ਬੰਦੇ ਕਿਉਂ ਰੱਖੇ ਹੋਏ ਨੇ ਤੁਸੀਂ ਉੱਚ ਪਦਾਂ ਤੇ, ਉਹਨਾਂ ਨੂੰ ਕਿਉਂ ਨਹੀਂ ਤੁਸੀਂ ਹਟਾਉਂਦੇ? ਤੇ ਵੈਸੇ ਇਹ ਸਿੱਖਾਂ ਦੇ ਬੜੇ ਪਹਿਰੇਦਾਰ ਆ। ਤੇ ਇਸ ਕਰਕੇ ਮੇਰਾ ਇਹ ਕਹਿਣਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਜਿਹਨੇ ਆ ਕੇ ਕਿਸੇ ਨੂੰ ਨਹੀਂ ਪੁੱਛਿਆ। ਇਹ ਜਿਹੜੀ ਜਦੋਂ ਉਹਨਾਂ ਨੂੰ ਵਾਪਸ ਕਰਦੇ, ਹੁਣ ਤਾਂ ਚਲੋ ਸੁਪਰੀਮ ਕੋਰਟ ਨੇ ਕਮੇਟੀ ਬਣਾਤੀ, ਲੇਕਿਨ ਕੀ ਲੱਗਦਾ ਕੀ ਹੈ ਸਾਜ਼ਿਸ਼ ਪਹਿਲਾਂ ਦੀ ਸੀ, ਅਚਾਨਕ ਡਿਵੈਲਪਮੈਂਟ ਹੋਈ, ਕਿਵੇਂ ਲੱਗਦਾ ਤੁਹਾਨੂੰ? ਕਿਸ ਚੀਜ਼ ਦੀ? ਉਹਨਾਂ ਨੂੰ 5 ਜਨਵਰੀ ਨੂੰ ਰੋਕਣ ਦੀ। ਇਹ ਸਾਜ਼ਿਸ਼ ਇਹਨਾਂ ਨੇ ਬਣਾਈ
ਪਹਿਲਾਂ ਦੀ ਸਾਜ਼ਿਸ਼ ਸੀ ਔਰ ਮੈਂ ਆਪ ਹੈਲੀਪੈਡ ਤੇ ਸੀ ਜਿੱਥੇ ਰਿਸੀਵ ਕਰਨੇ ਸੀ। ਉੱਥੇ ਅਸੀਂ 3 ਲੋਕਾਂ ਦੀ ਡਿਊਟੀ ਸੀ, ਸੁਰਜੀਤ ਜਿਆਣੀ ਦੀ, ਮੇਰੀ ਸੀ ਤੇ ਅਵਿਨਾਸ਼ ਰਾਏ ਖੰਨਾ। ਕਾਲੀਆ ਜੀ ਨੂੰ ਕਰੋਨਾ ਹੋ ਗਿਆ ਸੀ, ਉਹ ਆਏ ਨਹੀਂ ਕੋਵਿਡ ਦੀ ਵਜ੍ਹਾ ਕਰਕੇ। 4 ਨੇ ਰਹਿਣਾ ਸੀ। ਮੈਂ ਇੱਕ ਪਾਸੇ ਮੁੜ ਕੇ ਜਦੋਂ ਦੇਖਿਆ ਤਾਂ ਉੱਥੇ 80-90 ਲੋਕ ਜਿਹੜੇ ਕਿਸਾਨਾਂ ਵਰਗੇ ਲੱਗਦੇ ਸੀ ਉਹ ਆ ਗਏ ਔਰ ਡੀਜੀਪੀ ਖੁਦ ਕੋਲ ਖੜਾ ਉਹਨਾਂ ਨੂੰ ਦੱਸ ਰਿਹਾ ਗਿਆ ਕਰਨਾ ਔਰ ਮੇਰੇ ਨਾਲ ਉਹਨਾਂ ਦੀ ਬਹਿਸ ਹੋਈ। ਮੈਂ ਜਦੋਂ ਉਧਰੋਂ ਕਿਹਾ ਕਿ ਇੱਥੇ ਕਿੱਦਾਂ ਆ ਗਏ ਨੇ ਇਹ, ਨਹੀਂ ਉਹ 에ਅਰਪੋਰਟ ਤੇ ਪਹੁੰਚ ਕੇ ਉੱਥੇ ਬਠਿੰਡੇ ਹੈਲੀਪੈਡ ਤੇ ਜਿੱਥੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਾ, ਅੱਛਾ ਉੱਥੇ ਵੀ ਇਹ ਪੂਰੀ ਸਾਜ਼ਿਸ਼ ਸੀ। ਇਹ ਸਾਜ਼ਿਸ਼ ਤਹਿਤ ਹੋਇਆ ਔਰ ਉਸ ਦਿਨ ਉਹਨਾਂ ਨੇ ਖਾਲੀ ਸਾਹਿਬਜ਼ਾਦਿਆਂ ਦੇ ਦਿਨ ਦਾ ਨਹੀਂ ਸੀ ਘੋਸ਼ਣਾ ਕਰਨੀ, ਇਹ ਵੀ ਵਿੱਚ ਸੀ, ਪਾਰਟ ਸੀ ਉਹਦਾ, ਉਹ ਬਾਅਦ ਚ ਕੀਤੀ ਆ। ਔਰ ਉਸ ਦਿਨ ਬਹੁਤ ਸਾਰੀਆਂ ਰਾਤਾਂ ਔਰ ਬਹੁਤ ਸਾਰੇ ਕੋਈ 50,000 ਕਰੋੜ ਤੋਂ ਜ਼ਿਆਦਾ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਸ਼ੁਰੂ ਹੋਣੇ ਸੀ। ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਣਾ ਸੀ, 2 ਏਮਸ ਹੋਰ ਬਣਨੇ ਸੀ। ਹਾਂ ਇਹ ਪਤਾ ਲੱਗਿਆ ਇਹਦਾ ਵੀ ਸੀਗਾ। ਤੇ ਉਹ ਸਾਰੇ ਦਾ ਸਾਰੇ ਪ੍ਰੋਜੈਕਟ ਉਹਨਾਂ ਨੇ ਵਿੱਚ ਰਖਵਾਤੇ ਔਰ ਉਹਨਾਂ ਨੂੰ ਪੰਜਾਬ ਦੇ ਵਿਕਾਸ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਤਾਂ ਮਤਲਬ ਇਹ ਆ ਕਿ ਨਰਿੰਦਰ ਮੋਦੀ ਦੀ ਹੱਤਿਆ। ਇਹਦੇ ਨਾਲ ਜਿਹੜੀ ਗੱਲ ਹੋਈ ਗਰੇਵਾਲ ਸਾਹਿਬ, ਹੁਣ ਆਪਾਂ ਕਿਉਂਕਿ ਆਪਾਂ ਅੱਜ ਏਜੰਡੇ ਦੀ ਗੱਲ ਕਰ ਰਹੇ, ਇਹ ਵੀ ਤੁਹਾਡੀਆਂ ਗੱਲਾਂ ਕਿਸ ਤਰ੍ਹਾਂ ਕਰਨ ਵਾਲੀਆਂ ਨੇ, ਕਰਾਂਗੇ ਤੁਹਾਡੇ ਨਾਲ। ਲੇਕਿਨ ਜਦੋਂ ਆਪਾਂ ਵਿਜ਼ਨ ਦੇ ਰਹੇ ਹਾਂ, ਤੁਹਾਡੀ ਪਾਰਟੀ ਦਾ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਤੇ ਉਦੋਂ ਜਦੋਂ ਅਸੀਂ ਕਹਿੰਦੇ ਕਿ ਸਾਨੂੰ ਵੋਟ ਪਾਓ, ਜਿਵੇਂ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ ਕਿ ਸਾਨੂੰ ਵੋਟ ਪਾਓਗੇ ਕਰਜ਼ੇ ਤੇ ਸਾਨੂੰ ਫਾਇਦਾ ਹੋ ਜਾਊਗਾ। ਡਬਲ ਇਹ ਵਰਡ ਬੜਾ ਵਧੀਆ, ਮੇਰੇ ਖਿਆਲ ਹਿਮਾਚਲ ਤੋਂ ਆਇਆ ਸੀ, ਡਬਲ ਇੰਜਨ ਦੀ ਸਰਕਾਰ ਜਦੋਂ ਦੋਨੇ ਇੱਥੇ ਬਣੀ ਹੈ। ਤੋ ਇਹ ਤੁਸੀਂ ਆਪਣਾ ਤਰਕ ਲੋਕਾਂ 'ਚ ਰੱਖਿਆ, ਫੈਸਲਾ ਤਾਂ ਲੋਕਾਂ ਨੇ ਆਪਣੇ ਮਨ ਨਾਲ ਕਰਨਾ ਹੈ। ਲੇਕਿਨ ਮੈਂ ਇਹ ਕਹਿਣਾ ਇਹ ਚਾਹੁੰਦਾ ਕਿ ਇਹ ਸਾਰਾ ਜਦੋਂ ਤੁਸੀਂ ਇਸ ਤਰ੍ਹਾਂ ਦੇਖਦੇ ਹੋ, ਤੁਹਾਡੇ ਨਾਲ ਕੈਪਟਨ ਸਾਹਿਬ ਨੇ, ਤੁਹਾਡੇ ਨਾਲ ਢੀਂਡਸਾ ਸਾਹਿਬ ਨੇ, ਇੱਕ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ, ਹਾਲੇ ਤੱਕ ਤੁਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚੇ ਵੀ ਕਿੰਨੀਆਂ ਸੀਟਾਂ ਕਿਹਨੂੰ ਦੇਣੀਆਂ ਨੇ, ਕਿਹਨੇ ਕਿੱਥੋਂ ਲੜਨਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਮਾਮਲੇ 'ਚ ਤੁਸੀਂ ਬਾਕੀ ਪਾਰਟੀਆਂ ਨੂੰ ਬਹੁਤ ਪਿੱਛੇ ਰਹਿ ਗਏ? ਨਹੀਂ, ਸਾਡੀ ਜਿਹੜੀ ਪਾਰਟੀ ਹੈ ਨਾ, ਕਿਸੇ ਇੱਕ ਵਿਅਕਤੀ ਦੀ ਪਾਰਟੀ ਨਹੀਂ। ਜਿਸ ਤਰ੍ਹਾਂ ਹੁਣ ਕੇਜਰੀਵਾਲ ਜੀ ਦੀ ਪਾਰਟੀ ਦੇ ਲੋਕ ਗਏ ਆ, ਕੇਜਰੀਵਾਲ ਜੀ ਨੇ ਬੈਠੇ ਬੈਠੇ ਹੀ ਥਾਪੀ ਦੇ ਦੇਣੀ ਹੈ ਕਿ ਤੁਹਾਨੂੰ ਉਮੀਦਵਾਰ ਬਣਾਤਾ। ਸਾਡੇ ਨਰਿੰਦਰ ਮੋਦੀ ਜੀ ਵੀ ਇਸ ਤਰ੍ਹਾਂ ਥਾਪੀ ਨਹੀਂ ਦੇ ਸਕਦੇ। ਇੱਕ ਸਿਸਟਮ ਆ ਸਾਡਾ, ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ ਆ। ਸਾਡੇ ਆਪਣੇ ਕੁਝ ਪ੍ਰਿੰਸੀਪਲਸ ਨੇ ਜਿਹਦੇ ਤੇ ਅਸੀਂ ਚੱਲਦੇ ਹਾਂ, ਉਸ ਤੋਂ ਬਾਹਰ ਨਹੀਂ ਜਾਂਦੇ। ਸਾਡੀ ਇੱਕ ਵਿਚਾਰਧਾਰਕ ਪਾਰਟੀ। ਉਹ ਵਿਚਾਰਧਾਰਾ ਕੀ ਹੈ? ਉਹ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਸਾਨੂੰ ਦਿੱਤੀ ਹੈ। ਉਹਨੂੰ ਏਕਾਤਮ ਮਾਨਵ ਦਰਸ਼ਨ ਕਹਿੰਦੇ ਆ। ਇੱਕ ਤਾਂ ਉਹਦੇ ਚ ਮਾਨਵ ਕਲਿਆਣ ਦੀ ਗੱਲ ਕੀਤੀ, ਆਤਮ ਕਲਿਆਣ ਦੀ ਸਮਝ ਲਓ। ਮੈਂ ਜਿਸਟ ਦੱਸ ਦਿੰਦਾ ਕਿਉਂਕਿ ਨਹੀਂ ਤਾਂ ਬਹੁਤ ਲੰਬੀ ਗੱਲ ਹੋ ਜਾਂਦੀ ਹੈ। ਇੱਕ ਦੂਸਰੀ ਗੱਲ ਉਹਦੇ ਚ ਇਹ ਆ ਕਿ ਜਿਹੜਾ ਆਖਰੀ ਵਿਅਕਤੀ ਬੈਠਾ, ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਦਾ, ਸਮਾਜ ਦਾ ਭਲਾ ਨਹੀਂ ਹੋ ਸਕਦਾ। ਤੇ ਅਸੀਂ ਜਿਹੜੇ 14 ਕਰੋੜ ਤੋਂ ਵੱਧ ਵਰਕਰ ਆਪਸ ਸਿਰ ਜੋੜ ਕੇ ਬੈਠਦੇ ਆ, ਕਿਸੇ ਇੱਕ ਨੂੰ ਪ੍ਰਧਾਨ ਮੰਤਰੀ, ਕਿਸੇ ਇੱਕ ਨੂੰ ਮੁੱਖ ਮੰਤਰੀ, ਕਿਸੇ ਇੱਕ ਨੂੰ ਮੰਤਰੀ ਬਣਾਉਣ ਲਈ ਨਹੀਂ ਬੈਠਦੇ। ਅਸੀਂ ਉਸ ਵਿਚਾਰਧਾਰਾ ਲਈ ਬੈਠਦੇ ਆ, ਉਹ ਗਰੀਬਾਂ ਦੇ ਕਲਿਆਣ ਲਈ ਬੈਠਦੇ ਆ। ਤੇ ਮੇਰਾ ਖਿਆਲ ਆ ਕਿ ਇਸ ਤੋਂ ਵਧੀਆ ਕੋਈ ਵੀ ਪੋਲੀਟੀਕਲ ਪਾਰਟੀ ਕੋਲ ਨਾ ਵਿਜ਼ਨ ਆ, ਨਾ ਵਿਚਾਰਧਾਰਾ ਔਰ ਨਾ ਹੀ ਸੰਗਠਨ ਆ। ਸਾਡੇ ਤੇ ਕਿੰਨੇ ਜ਼ੁਲਮ ਹੋਏ, ਸਰਕਾਰੀ, ਮੈਂ ਉਹਨੂੰ ਸਰਕਾਰੀ ਆਤੰਕਵਾਦ ਕਹਿਣਾ, ਜਿਹੜਾ ਸਾਡੇ ਵਰਕਰਾਂ ਤੇ ਜ਼ੁਲਮ ਹੁੰਦੇ ਰਹੇ ਪੰਜਾਬ 'ਚ, ਔਰ ਉਹ ਕਰਾਉਣ ਦੇ ਵਿੱਚ ਸਾਰਿਆਂ ਦਾ ਹੀ ਹੱਥ ਸੀ। ਕਾਂਗਰਸ ਨੇ ਕੀਤਾ ਉਹ ਕੰਮ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਦਿਨ ਮੈਨੂੰ ਕਹਿਣ ਲੱਗੇ, ਟੀਵੀ ਤੇ ਸੀਗੇ, ਮੈਨੂੰ ਵੀ ਲਾਈਨ ਤੇ ਲੈ ਲਿਆ। ਮੈਨੂੰ ਕਹਿੰਦੇ ਗਰੇਵਾਲ ਸਾਹਿਬ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਮੈਂ ਕਿਹਾ ਭਾਈ ਅਸੀਂ ਤਾਂ ਪਿੰਡਾਂ ਵਾਲੇ ਹੀ ਆ, ਪਿੰਡਾਂ 'ਚ ਹੀ ਆਵਾਂਗੇ, ਕਿੱਥੇ ਜਾਣਾ। ਤੇ ਫਿਰ ਕਹਿੰਦਾ ਤੁਹਾਡੀ ਮਾਰ ਕੁਟਾਈ ਕਰਨਗੇ ਉੱਥੇ। ਮੈਂ ਕਿਹਾ ਬਾਦਲ ਸਾਹਿਬ ਸਾਡੇ ਵੱਲ ਇੱਕ ਉਂਗਲ ਕਰੋਗੇ, ਤੁਹਾਡੇ ਵੱਲ 3 ਹੋਣਗੀਆਂ। ਉਹੀ ਗੱਲ ਹੋਈ। ਮੈਂ ਉਹਨੂੰ ਅੱਛਾ ਨਹੀਂ ਮੰਨਦਾ, ਨਾ ਉਹਦੀ ਪ੍ਰਸ਼ੰਸਾ ਕਰਦਾ ਗੱਲ ਦੀ। ਉਹ ਬਾਰਡਰ ਦੇ ਉੱਪਰ ਦਾੜੀਆਂ ਪੱਟ ਕੇ ਏਡੀਆਂ ਟੰਗੀਆਂ ਹੋਈਆਂ ਸੀ। ਮੈਨੂੰ ਬੜਾ ਦੁੱਖ ਹੋਇਆ ਉਸ ਦਿਨ। ਉਹ ਵੀ ਠੀਕ ਨਹੀਂ ਸੀ। ਪਰ ਜਦੋਂ ਸਾਡੇ ਬਾਰੇ ਤੁਸੀਂ ਮਜ਼ਾਕ ਉਡਾਉਂਦੇ ਹੋ, ਸਾਡੇ ਬਾਰੇ ਕਹਿੰਦੇ ਹੋ ਕਿ ਇਹ ਠੀਕ ਆ, ਜਿਹੜੀ ਗਲਤ ਗੱਲ ਆ ਉਹਨੂੰ ਗਲਤ ਕਹਿਣਾ ਚਾਹੀਦਾ। ਹਮੇਸ਼ਾ ਉਸ ਗੱਲ ਤੇ ਖੜੇ ਹੋਵੋ ਜਿਹੜੀ ਪ੍ਰਿੰਸੀਪਲ ਦੀ ਗੱਲ ਹੋਵੇ। ਰਾਜਨੀਤੀ 'ਚ 2 ਤਰ੍ਹਾਂ ਦੇ ਲੋਕ ਆਉਂਦੇ ਆ। ਨਹੀਂ, ਪਰ ਜਿਹੜੀ ਤੁਸੀਂ ਆਪ ਹੀ ਗੱਲ ਕਰਤੀ ਕਿ ਤੁਹਾਡਾ ਇੰਨਾ ਵਿਰੋਧ ਹੋ ਰਿਹਾ ਸੀ, ਤੇ ਉਸ ਤੋਂ ਘੱਟੋ ਘੱਟ ਤੁਸੀਂ ਜੋ ਜਿਵੇਂ ਮਰਜ਼ੀ ਸਰਕਾਰੀ ਹੈ, ਜਿਵੇਂ ਵੀ ਹੈ, ਇਹ ਤੁਹਾਡਾ ਹੱਕ ਹੈ ਨਾ ਇਹ ਗੱਲ ਕਹਿਣ ਦਾ। ਲੇਕਿਨ ਜਦੋਂ ਹੁਣ ਆਪਾਂ ਇਹ ਵੋਟਾਂ 'ਚ ਜਾਵਾਂਗੇ, ਤੁਹਾਡੀ ਪਹਿਲੀ ਵਾਰ ਤੁਸੀਂ ਵੱਡੀ ਭੂਮਿਕਾ 'ਚ ਹੋ। ਤੁਸੀਂ ਆਪ ਹੀ ਕਹਿੰਦੇ ਹੋ ਕਿ ਅਸੀਂ ਜਦੋਂ ਉਹਨਾਂ 'ਚ ਸੀ ਅਸੀਂ ਦੁਖੀ ਹੁੰਦੇ ਸੀ। 23 ਸੀਟਾਂ ਹੁੰਦੀਆਂ ਸੀ ਸਾਰੀਆਂ ਤੁਹਾਡੀਆਂ, ਜਿਨ੍ਹਾਂ 'ਚ ਉਮੀਦਵਾਰ ਹੁੰਦੇ ਸੀ ਤੁਹਾਡੇ। ਤੇ ਗਰੇਵਾਲ ਸਾਹਿਬ, ਤੁਹਾਡਾ ਇਹ ਸਾਰੇ ਹਾਲਾਤ ਦੇ ਵਿੱਚ
ਕਿਸਾਨ ਤਾਂ ਤੁਹਾਨੂੰ ਵੋਟ ਨਹੀਂ ਪਾਉਣਗੇ, ਤੇ ਫਿਰ ਤੁਸੀਂ ਕਿਹਦੇ ਸਿਰ ਤੇ ਜਿੱਤਣ ਦੀ ਗੱਲ ਕਰ ਰਹੇ ਹੋ? ਇਹ ਜਥੇਬੰਦੀਆਂ ਦਾ ਅੰਦੋਲਨ ਸੀ। ਮੈਂ ਅੱਜ ਵੀ ਕਹਿਣਾ, ਕਾਨੂੰਨ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲਏ। ਦੇਖੋ, ਉਹ ਲੋਕਾਂ ਦੀ ਮੰਗ ਸੀ, ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾਏ, ਮਾਫੀ ਵੀ ਮੰਗ ਲਈ, ਪਰ ਕਾਨੂੰਨ ਮੈਂ ਅੱਜ ਵੀ ਕਹਿਣਾ ਕਿ ਸਾਡੇ ਅੱਛੇ ਸੀ। ਮੈਂ ਇੱਕ ਇੱਕ ਪੁਆਇੰਟ ਤੇ ਹੁਣ ਵੀ ਡਿਸਕਸ ਕਰ ਸਕਦਾ ਇੱਥੇ ਵੀ। ਤੇ ਉਹ ਜੇ ਅਸੀਂ ਬਦਲਾਅ ਨਹੀਂ ਕਰਾਂਗੇ ਤਾਂ ਕਿਸਾਨ ਦੀ ਆਮਦਨ ਕਿਸ ਤਰ੍ਹਾਂ ਵਧੇਗੀ? ਹੁਣ ਇੱਕ ਦਿਨ ਟਕੈਤ साहब कहने लगे अभी एक और एजेंडा है। मैं कहा जी की है? अब हमने आमदन दुगनी करने का शुरू हो गया ना 2022 से, वो करो। अरे मैं कहा पहला तो भले मानस तू वो कानून तो जिन्होंने आमदन करनी सी ਵਧਾਉਣੀ ਸੀ ਉਹ ਤਾਂ ਤੂੰ वापस करवाते, ਹੁਣ ਕਿੱਥੋਂ ਹੋਊਗਾ ਇਹ? ਤਾਂ ਇਸ ਕਰਕੇ ਬਹੁਤ ਸਾਰੀਆਂ ਗੱਲਾਂ 'ਚ ਕਮੀ ਆਈ। ਔਰ ਚਲੋ ਮੈਂ ਇਹ ਸਮਝਦਾ ਕਿ ਜਿਹੜਾ ਜਨ ਅੰਦੋਲਨ ਬਣ ਜੇ ਨਾ, ਉਹਦੇ ਸਾਹਮਣੇ ਜ਼ਰੂਰ ਜਨਤਾ ਦੇ ਸਾਹਮਣੇ ਸਿਰ ਝੁਕਾਉਣਾ ਹੀ ਬਣਦਾ। ਉਹ ਹੋ ਗਿਆ, ਪਰ ਹੁਣ ਇਲੈਕਸ਼ਨ ਦੀ ਗੱਲ ਦੱਸੋ। ਹਾਂਜੀ, ਮੇਰਾ ਸਵਾਲ ਤਾਂ ਇਹ ਸੀ ਨਾ ਵੀ ਤੁਸੀਂ ਜਿੱਤਣਾ ਚਾਹੁੰਦੇ ਹੋ ਇਲੈਕਸ਼ਨ, ਤੇ ਤੁਹਾਨੂੰ ਲੱਗਦਾ ਹੈ ਕਿ ਪਿੰਡਾਂ ਚੋਂ ਤੁਹਾਨੂੰ ਜਦੋਂ ਪਹਿਲਾਂ ਜੋ ਕੁਝ ਹੁੰਦਾ ਸੀ ਭੁੱਲ ਗਏ? ਤੁਸੀਂ ਆਪ ਹੀ ਕਹਿ ਰਹੇ ਹੋ ਛੱਡੋ ਤੇ ਗੱਲ, ਪਿੰਡਾਂ ਵਾਲਿਓ ਤੁਸੀਂ, ਹਾਲਾਂਕਿ ਪਹਿਲਾਂ ਤਾਂ ਤੁਹਾਡੀ ਜ਼ਮੀਨ ਤੱਕ ਵੀ ਠੇਕੇ ਤੇ ਨਹੀਂ ਦੇਣ ਦਿੰਦੇ ਸੀ। ਠੇਕੇ ਤੇ ਨਹੀਂ, ਮੇਰੀ ਫਸਲ ਉਜਾੜਤੀ, ਫਸਲ ਉਜਾੜਤੀ ਸੀ। ਲੇਕਿਨ ਹੁਣ ਕਿਵੇਂ ਤੁਸੀਂ ਲੱਗਦਾ ਕਿ ਤੁਹਾਡੇ ਕਿਸਾਨਾਂ ਦੀ ਵੋਟ ਨੂੰ ਕਿਵੇਂ ਦੇਖਦੇ ਹੋ? ਚਲੋ ਆਪਾਂ ਇਸ ਤਰ੍ਹਾਂ ਪੁੱਟ ਕਰ ਲੈਂਦੇ ਹਾਂ। ਦੇਖੋ ਗੱਲ ਇਹ ਆ, ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ ਤੇ ਸਾਡੀਆਂ ਸਰਕਾਰਾਂ ਨਾ ਬਣਨ। ਦੇਸ਼ 'ਚ ਖੇਤੀ ਤੇ ਆਧਾਰਿਤ 24 ਕਰੋੜ ਆ ਲੋਕ ਕਿਸਾਨ, ਤੇ ਪੰਜਾਬ ਦੀ ਜਨਤਾ ਕਿੰਨੀ ਹੈ, ਪਾਪੂਲੇਸ਼ਨ ਕਿੰਨੀ ਹੈ? 3 ਕਰੋੜ। ਔਰ ਇਹਦੇ 'ਚ ਕਿਸਾਨ ਥੋੜਾ ਜ਼ਿਆਦਾ ਹੈਗਾ ਪੰਜਾਬ 'ਚ, ਕਿਉਂਕਿ ਐਗਰੇਰੀਅਨ ਬੇਸਡ ਇਕਨੋਮੀ ਹੈ ਸਾਡੀ। ਉਹ ਸਾਰੇ ਕਿਸਾਨ ਸਾਡੇ ਖਿਲਾਫ ਨਹੀਂ ਹੈ। ਕਿਸਾਨ ਉੱਥੇ ਜਦੋਂ ਬਾਰਡਰ ਤੇ ਬੈਠਾ ਸੀ ਉਦੋਂ ਉਹ ਕਿਸਾਨ ਸੀ, ਇੱਥੇ ਆ ਕੇ ਉਹ ਆਪਦੀਆਂ ਪਾਰਟੀਆਂ ਦੇ ਬਣ ਜਾਂਦੇ ਆ। ਉਹਦੇ 'ਚ ਕੀ ਸੀ ਕਿ ਆਮ ਆਦਮੀ ਪਾਰਟੀ ਦੇ ਲੋਕ, ਕਾਂਗਰਸ ਦੇ ਲੋਕ, ਉਹ ਕਿਸਾਨ ਉਹਨਾਂ ਦੇ ਹੀ ਆ। ਮੇਰੇ ਦਫ਼ਤਰ 3 ਵਾਰ ਤੋੜਿਆ ਉਹਨਾਂ ਨੇ, ਹਮਲਾ ਕੀਤਾ ਇੱਥੇ ਰਾਜਪੁਰੇ। ਤਾਂ ਉਹਨਾਂ ਦੇ ਉੱਪਰ ਜਿਹਨਾਂ ਦੇ ਮੁਕੱਦਮੇ ਬਣ ਰਹੇ ਨੇ ਉਹ ਪਤਾ ਕੌਣ ਨੇ? ਉਹਨਾਂ ਦੇ ਫੋਟੋਗ੍ਰਾਫ ਨੇ। 2 ਉਹਦੇ 'ਚ ਕਾਂਗਰਸ ਦੇ ਬੰਦੇ ਆ, 1 ਅਕਾਲੀ ਦਲ ਦਾ ਹੈਗਾ। ਕਿਸਾਨ ਤਾਂ ਉਹਦੇ 'ਚ ਕੋਈ ਹੈ ਨਹੀਂਗਾ, ਜਿਹੜੇ ਹਾਰਡਕੋਰ ਵਰਕਰ ਨੇ। ਇਸ ਕਰਕੇ ਉਹ ਜਾਣ ਬੁੱਝ ਕੇ ਜਦੋਂ ਦੇਖਦਾ ਨਾ ਕੋਈ ਵੀ ਆ ਸਾਹਮਣੇ ਵਾਲਾ ਕਮਜ਼ੋਰ ਦਿਖਾਈ ਦਿੰਦਾ, ਸਾਡੀ ਪਾਰਟੀ ਦੇ ਲੋਕ ਜਿਹੜੇ ਆ ਨਾ ਆਮ ਸਧਾਰਨ ਵਰਕਰ ਹੁੰਦੇ ਆ। ਇੱਕ ਤਾਂ ਉਹ ਗਰੀਬ ਹੁੰਦੇ ਆ, ਜਾਂ ਤਾਂ ਛੋਟਾ ਦੁਕਾਨਦਾਰ ਹੁੰਦਾ, ਤੇ ਜਾਂ ਕੋਈ ਛੋਟਾ ਮੋਟਾ ਕੰਮ ਕਰਨ ਵਾਲਾ, ਕੋਈ ਪੈਂਚਰ ਲਗਾਉਂਦਾ, ਕੋਈ ਕੁਛ ਕਰਦਾ, ਇਸ ਤਰ੍ਹਾਂ ਦੇ ਨੇ। ਤੇ ਇਸ ਕਰਕੇ ਉਹ ਵਿਚਾਰੇ ਲੜਾਈ ਨਹੀਂ ਲੜ ਸਕਦੇ, ਉਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਕਰ ਸਕਦੇ। ਜਦੋਂ ਉਹਨਾਂ ਤੇ ਕੋਈ ਤਾਕਤਵਰ ਲੋਕ ਗੁੰਡਾਗਰਦੀ ਕਰਦੇ ਤਾਂ ਉਸ ਦਾ ਜਵਾਬ ਵੀ ਨਹੀਂ ਦੇ ਸਕਦੇ। ਆਹ ਸੀਗਾ ਇਹ, ਹੋਰ ਐਸੀ ਕੋਈ ਗੱਲ ਨਹੀਂ। ਮੇਰੇ 'ਚ ਥੋੜੀ ਜਿਹੀ ਜਾਨ ਸੀ, ਮੈਂ ਸਾਹਮਣੇ ਖੜਾ ਸੀ ਕਿ ਠੀਕ ਆ ਵੀ ਕਰੋ ਹਮਲਾ, ਦੇਖਾਂਗੇ, ਜਾਂ ਤੁਸੀਂ ਸਾਨੂੰ ਦੇਖੋ ਜਾਂ ਅਸੀਂ ਦੇਖਾਂਗੇ। ਕੋਈ ਮੈਂ ਵੀ ਜੱਟ ਹੀ ਸੀ ਨਾ, ਕੋਈ ਇਹ ਥੋੜਾ ਕਿ ਮੈਂ ਉਹਨਾਂ ਤੋਂ ਡਰ ਕੇ ਭੱਜ ਜਾਣਾ ਸੀ। ਚਲੋ ਹੁਣ ਆਪਾਂ ਥੋੜੇ ਇਸ ਇਸ਼ੂ ਨੂੰ ਇਸ ਤਰ੍ਹਾਂ ਲਈਏ ਕਿ ਤੁਸੀਂ ਢੀਂਡਸਾ ਸਾਹਿਬ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਅਲਾਇੰਸ ਹੈ ਤੁਹਾਡਾ। ਕੈਪਟਨ ਸਾਹਿਬ ਤਾਂ ਚਲੋ ਪਹਿਲਾਂ ਹੀ ਲੱਗਦਾ ਸੀ, ਜਿਵੇਂ ਗੱਲਾਂ ਲੋਕ ਵੀ ਕਰਦੇ ਸੀ, ਉਹ ਤਾਂ ਪਹਿਲੇ ਉਹਨੇ ਆਪ ਹੀ ਕਹਿਤਾ ਸੀ ਕਿ ਵੀ ਮੈਂ ਤਾਂ ਉੱਧਰ ਜਾਊਂਗਾ। ਇਹਦੇ ਪਿੱਛੇ ਕੀ ਤੁਹਾਡੀ ਰਾਜਨੀਤੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਸਿੱਖਾਂ 'ਚ ਜਾਣਾ ਹੈ ਤਾਂ ਉਹਨਾਂ ਦੇ ਨਾਲ ਜਾਈਏ? ਸੰਯੁਕਤ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਆਧਾਰ ਹੈ ਉਹਨਾਂ ਦਾ? ਨਹੀਂ, ਆਧਾਰ ਦੀ ਗੱਲ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਬੰਗਾਲ ਦੇ ਅੰਦਰ ਰਾਜੇਵਾਲ ਜੀ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਉਹ ਕਹਿੰਦੇ ਰਹਿੰਦੇ ਸੀ ਅਸੀਂ ਇਹਨਾਂ ਨੂੰ ਬੰਗਾਲ 'ਚ ਮਾਂਜਿਆ। ਉਹ ਭਲੇਮਾਨ ਸਾਡੇ ਕੋਲ 3 ਤਾਂ ਸੀਟਾਂ ਸੀ, ਸਾਨੂੰ ਉੱਥੇ ਕੀ ਮਾਂਜਤਾ? ਅਸੀਂ 77 ਤੇ ਪਹੁੰਚ ਗਏ। ਹੁਣ ਜਿੱਥੇ ਸਾਡੇ ਕੋਲ 3 ਸੀਟਾਂ ਨੇ, ਨੀਚੇ ਕੈਡਰ ਦਾ ਨਿਰਮਾਣ ਅਸੀਂ ਕੀਤਾ ਨਹੀਂ ਸੀ। ਕੈਡਰ ਵਾਲਾ ਸੰਗਠਨ, ਸਾਡੇ ਕਾਰਜਕਰਤਾ ਦਾ ਨਿਰਮਾਣ ਕਰਦੇ ਹਾਂ ਅਸੀਂ। ਜਿਹੜੀ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਉਹ ਸਾਲਾਂ ਬੱਧੀ ਹੁੰਦਾ, ਇੱਕ ਦਿਨ 'ਚ ਨਹੀਂ ਹੁੰਦਾ। ਜੇ ਅਸੀਂ ਕਹੀਏ ਪੰਜਾਬ 'ਚ ਅਸੀਂ ਅੱਜ ਹੀ ਕਰ ਦਿਆਂਗੇ, ਨਹੀਂ ਕਰ ਸਕਦੇ। ਤੇ ਜਿਹੜੀ ਸਾਡੀ ਸੰਗਠਨ ਦਾ ਸੁਭਾਅ ਉਸ ਦੇ ਮੁਤਾਬਕ ਨਹੀਂ ਕਰ ਸਕਦੇ। ਦੂਸਰਾ, ਅਸੀਂ ਭਾਰਤੀ ਜਨਸੰਘ ਦੇ ਟਾਈਮ 'ਚ ਕੀ ਹੁੰਦਾ ਸੀ ਕਿ ਸਾਨੂੰ ਪਤਾ ਹੁੰਦਾ ਸੀ ਕਿ 500 ਜਾਂ 1000 ਵੋਟ ਪੈਣੀ ਹੈ, ਤੇ ਅਸੀਂ ਉਸ ਵੇਲੇ ਵੀ ਇਦਾਂ ਲੜਦੇ ਸੀ ਜਿਵੇਂ ਅਸੀਂ ਜਿੱਤਣਾ ਹੁੰਦਾ। ਸਾਨੂੰ ਪਤਾ ਹੁੰਦਾ ਸੀ ਕਿ ਸਾਡੀ ਜ਼ਮਾਨਤ ਜ਼ਬਤ ਹੋਣੀ। ਜੇ ਅਸੀਂ ਉਸ ਵੇਲੇ ਜ਼ਮਾਨਤਾਂ ਜ਼ਬਤ ਕਰਾਉਣ ਲਈ ਜਿੱਤਣ ਵਾਲੇ ਲਹਿਜੇ ਨਾਲ ਨਾ ਲੜੇ ਹੁੰਦੇ ਤੇ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾਉਂਦੇ। ਇਸੇ ਤਰ੍ਹਾਂ ਪੰਜਾਬ ਦੇ ਅੰਦਰ, ਪੰਜਾਬ ਸਾਡੇ ਕੋਲ 2 ਤਾਂ ਸੀਟਾਂ ਨੇ ਵਿਧਾਨ ਸਭਾ ਦੀਆਂ, ਪਾਰਲੀਮੈਂਟ ਦੀਆਂ ਅਸੀਂ 3 ਸੀਟਾਂ ਲੜਦੇ ਹਾਂ ਇੱਕ ਸਾਈਡ ਦੀਆਂ, ਬਾਕੀ ਖਾਲੀ ਆ। ਮਾਲਵੇ 'ਚ ਜਿਹੜਾ ਅਸੀਂ ਸਮਝਾ ਨਹੀਂ ਸਕੇ, ਉਹਦਾ ਕਾਰਨ ਕੀ ਹੈ ਕਿ ਸਾਡੇ ਕੋਲ 200 ਕਿਲੋਮੀਟਰ ਦਾ ਇਲਾਕਾ ਖਾਲੀ ਪਿਆ, ਜਿੱਥੇ ਅਸੀਂ ਨਾ ਵਿਧਾਨ ਸਭਾ ਲੜਦੇ ਨਾ ਲੋਕ ਸਭਾ ਲੜਦੇ।
ਉਹ ਤਾਂ ਅਕਾਲੀ ਦਲ ਲੜਦਾ ਸੀ, ਅਕਾਲੀ ਦਲ ਮੌਕੇ ਤੇ ਪਹਿਲਾਂ ਨਾਲ ਸੀ, ਕਾਨੂੰਨ ਬਣਵਾ ਗਿਆ, ਫਿਰ ਧੋਖਾ ਦੇ ਕੇ ਚਲੇ ਗਏ। ਉਹ ਉਹਨਾਂ ਦਾ ਕੰਮ ਆ, ਚਲੋ ਅਸੀਂ ਕੁਝ ਨਹੀਂ ਕਹਿੰਦੇ। ਪਰ ਜੇ ਅਸੀਂ ਕਹੀਏ ਕਿ 2 ਤੋਂ ਅਸੀਂ 200 ਤੱਕ ਜਾਵਾਂਗੇ, ਉਹ ਤਾਂ ਨਹੀਂ ਹੋ ਸਕਦਾ। ਉਹਦੇ ਲਈ ਸਾਨੂੰ ਕਿਸੇ ਸਹਾਰੇ ਦੀ ਲੋੜ ਪੈਣੀ ਹੈ। ਪਹਿਲਾਂ 94 ਸੀਟਾਂ ਅਸੀਂ ਲੜਦੇ ਨਹੀਂ ਸੀ, ਤੇ ਹੁਣ ਉਹ ਸੀਟਾਂ ਤੇ ਜੇ ਅਸੀਂ ਇੱਕਦਮ ਚਾਹੁੰਦੇ ਕਿ ਅਸੀਂ ਬਾਹਰੋਂ ਵੀ ਲੋਕ ਲਿਆ ਕੇ ਖੜੇ ਕਰ ਲਾਂਗੇ, ਸਾਨੂੰ ਆਪਣੀ ਵਿਚਾਰਧਾਰਾ ਦੇ ਲੋਕ ਚਾਹੀਦੇ ਆ, ਸਾਨੂੰ ਆਪਣੇ ਕੈਡਰ ਦੇ ਲੋਕ ਚਾਹੀਦੇ ਆ। ਜਿਵੇਂ ਹੁਣ ਹਰਜੀਤ ਸਿੰਘ ਗਰੇਵਾਲ ਖੜਾ, ਜਦੋਂ ਮੈਨੂੰ ਕਿਹਾ 96 'ਚ ਮੈਨੂੰ ਲੋਕ ਸਭਾ ਲੜਾਇਆ, ਅਟਲ ਜੀ ਕਹਿਣ ਲੱਗੇ, ਉਦੋਂ ਅਸੀਂ ਇਕੱਲੇ ਲੜ ਰਹੇ ਸੀ, ਮੈਨੂੰ ਬੁਲਾਇਆ, ਮੈਨੂੰ ਕਹਿਣ ਲੱਗੇ ਬਈ ਗਰੇਵਾਲ ਜੀ ਚੁਣਾਵ ਲੜਨਾ ਹੈ। ਮੈਂ ਕਿਹਾ ਜੀ ਮੈਨੂੰ ਕਿੱਥੋਂ ਲੜਾਉਣ ਲੱਗੇ ਹੋ? ਕਹਿੰਦੇ ਸੰਗਰੂਰ ਤੋਂ, ਤੇ ਸੰਗਠਨ ਕੀ ਇੱਛਾ ਹੈ, ਅਕੇਲੇ ਲੜਨਾ ਹੈ, ਜ਼ਰੂਰ ਲੜੋਗੇ। ਮੈਂ ਉਦੋਂ ਬੜਾ ਯੰਗ ਜਿਹਾ ਸੀਗਾ ਤੇ ਬਾਲ ਵੀ ਕਟੇ ਹੋਏ ਸੀ ਮੇਰੇ, ਤੇ ਮੈਂ ਕਿਹਾ ਜੀ ਚਲੋ ਜ਼ਰੂਰ ਲੜेंगे, ਅਗਰ ਆਪकी ਇੱਛਾ ਹੈ ਤਾਂ ਲੜੇ ਜੀ। ਉਸ ਵੇਲੇ 24,000 ਵੋਟ ਪਏ ਤੇ ਸਾਨੂੰ ਪਤਾ ਸੀ ਹਾਰਨਾ, ਫਿਰ ਵੀ ਪੂਰਾ ਜ਼ੋਰ ਲਾ ਕੇ ਲੜੇ ਜਿੰਨਾ ਟਾਈਮ ਲੱਗਿਆ। ਤੇ ਇਸ ਕਰਕੇ ਸਾਡਾ ਜਿਹੜਾ ਸੰਗਠਨ ਉਹ ਵਿਚਾਰਧਾਰਾ ਜਿਹੜੀ ਆ, ਹਾਰਨ ਲਈ ਹੁਣ ਕਿਸੇ ਨੂੰ ਬਾਹਰੋਂ ਫੜ ਲਿਆ ਉਹ ਕਦੇ ਨਹੀਂ ਆਏਗਾ। ਹੁਣ ਲੱਗਦਾ ਕਿ ਬੀਜੇਪੀ ਦਾ ਆਗਾਜ਼ ਅੱਛਾ ਹੋ ਰਿਹਾ ਤਾਂ ਲੋਕ ਆ ਰਹੇ, ਠੀਕ ਹੈ ਨਾ ਗੱਲ। ਸਾਨੂੰ ਉਹ ਵਿਚਾਰਧਾਰਕ ਲੋਕ ਚਾਹੀਦੇ ਆ। 40 ਲੋਕ ਆ ਰਹੇ ਨੇ ਤੁਹਾਡੇ 'ਚ? ਨਹੀਂ ਆ ਰਹੇ, ਸਾਡੀ ਵਿਚਾਰਧਾਰਾ ਦੇ ਥੋੜਾ ਨੇ ਨਾ, ਉਹੀ ਹੈ ਨਾ, ਫਿਰ ਤੁਸੀਂ ਲੈ ਰਹੇ ਹੋ ਉਹਨਾਂ ਨੂੰ? ਨਹੀਂ, ਉਹ ਸਾਨੂੰ ਇਸ ਕਰਕੇ ਲਿਆਉਣੇ ਪੈ ਰਹੇ ਆ ਕਿ ਸਾਡਾ ਜਿਹੜਾ 94 ਸੀਟਾਂ ਸੀ, ਢੀਂਡਸਾ ਜੀ ਨਾਲ ਵੀ ਸਾਡਾ ਗਠਬੰਧਨ ਹੋਇਆ, ਉਹਨਾਂ ਨਾਲ ਵੀ ਹੋਇਆ, 94 ਸੀਟਾਂ ਅਸੀਂ ਕਦੇ ਲੜੀਆਂ ਨਹੀਂ ਸੀ। ਅੱਛਾ, 23 ਸੀਟਾਂ ਉਹਨਾਂ ਲਈ ਚਾਹੀਦੇ ਨੇ ਤੁਹਾਨੂੰ ਬੰਦੇ? ਨਹੀਂ, ਸਟ੍ਰੈਟਜੀ ਇਹ ਹੁੰਦੀ ਹੈ ਵੀ ਹਰ ਦਲ ਦੀ ਆ। ਮੈਂ ਤੁਹਾਡੇ ਕੋਲ ਖੁੱਲ ਕੇ ਬੋਲ ਰਿਹਾ, ਦੂਜੇ ਕਿਸੇ ਨੇ ਬੋਲਣਾ ਕੋਈ ਨਹੀਂ। ਠੀਕ ਹੈ, ਅਸਲੀ ਗੱਲ ਆ। ਨਹੀਂ, ਸਹੀ ਗੱਲ ਤਾਂ ਤੁਸੀਂ ਕਹਿ ਰਹੇ ਹੋ, ਇਹ 'ਚ ਕੋਈ ਦੋਰਾਵਾ ਨਹੀਂ। ਠੀਕ ਹੈ ਨਾ ਗੱਲ। ਤੇ ਹੁਣ ਤੁਸੀਂ ਜਿੱਤਣ ਲਈ ਲੜ ਰਹੇ ਹੋ ਜਾਂ ਹਾਰਨ ਲਈ? ਜਿੱਤਣ ਲਈ ਲੜ ਰਹੇ ਆ, ਸਰਕਾਰ ਬਣਾਉਣ ਲਈ ਲੜ ਰਹੇ ਆ, ਆਧਾਰ ਵਧਾਉਣ ਲਈ ਲੜ ਰਹੇ ਆ, ਔਰ ਪੰਜਾਬ ਦੇ ਲੋਕ ਦੁਬਾਰਾ ਸਾਨੂੰ ਜਾਣ ਨਹੀਂ ਦੇਣਗੇ। ਅਸੀਂ ਛੱਡ ਕੇ ਜਾਵਾਂਗੇ, ਉਹਨਾਂ ਨੇ ਕਹਿਣਾ ਨਾ ਜਾਓ, ਕਿਉਂਕਿ ਇੱਥੇ ਪਰਿਵਾਰਾਂ ਦਾ ਦਲ ਰਾਜ ਰਿਹਾ। ਜੇ ਕਾਂਗਰਸ ਆਉਂਦੀ ਹੈ ਤਾਂ 27 ਪਰਿਵਾਰ ਰਾਜ ਕਰਦੇ ਆ ਜੀ, ਉਹਦਾ ਮੁੱਖ ਮਿਨਿਸਟਰ, ਉਹਦੇ ਮਿਨਿਸਟਰ। ਤੇ ਜੇ ਅਕਾਲੀ ਦਲ ਆਉਂਦਾ, ਉਹਨਾਂ ਨੇ ਸਾਨੂੰ ਬਹੁਤ ਆਸਾਨ ਕਰਤਾ, ਗਿਣਤੀ ਕਰਨ ਦੀ ਲੋੜ ਨਹੀਂ, ਕੋਈ ਪਰਿਵਾਰ ਜੀ। ਜਦੋਂ ਇਹ ਪਰਿਵਾਰਾਂ ਵਾਲੇ ਕੀ ਕਰਦੇ ਆ, ਇਹਨਾਂ ਤੋਂ ਡੈਮੋਕ੍ਰੇਸੀ ਨੂੰ ਸਭ ਤੋਂ ਬੜਾ ਖਤਰਾ, ਜਦੋਂ ਇਹ ਸੱਤਾ ਚਾਹੁੰਦੇ ਆ, ਇਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ, ਸੂਬੇ ਦਾ ਵਿਕਾਸ ਨਹੀਂ ਕਰਦੇ, ਆਮ ਜਨਤਾ ਦੀ ਸੇਵਾ ਨਹੀਂ ਕਰਦੇ। ਉਹ ਨਾ ਕਾਂਗਰਸ ਕਰ ਸਕਦੀ ਆ, ਨਾ ਇਹ ਕਰ ਸਕਦੇ ਨੇ। ਤੇ ਇਸ ਕਰਕੇ ਜੇ ਉਹਦੇ ਲਈ ਕਿਸੇ ਨੇ ਆਉਣਾ, ਆਮ ਕੋਈ ਵਿਅਕਤੀ ਇਹ ਸੋਚ ਸਕਦਾ ਕਿ ਮੈਂ ਪ੍ਰਧਾਨ ਮੰਤਰੀ ਹੋਵਾਂ ਭਾਰਤ ਦਾ, ਤਾਂ ਉਹ ਬੀਜੇਪੀ 'ਚ ਰਹਿ ਕੇ ਹੀ ਸੋਚ ਸਕਦਾ। ਗਰੇਵਾਲ ਸਾਹਿਬ, ਉਹ ਸਾਹਮਣੇ ਜਦੋਂ ਤੁਸੀਂ ਉਧਰ ਦੇਖੋਗੇ ਤੇ ਲੋਕਾਂ ਨਾਲ ਗੱਲ ਕਰੋਗੇ, ਲੋਕਾਂ ਨੂੰ ਦੱਸ ਦਿਓ ਲੋਕ ਤੁਹਾਨੂੰ ਵੋਟ ਕਿਉਂ ਪਾਉਣ। ਇਹ ਲਾਸਟ ਸਵਾਲ ਹੈ। ਲੋਕ ਸਾਨੂੰ ਇਸ ਕਰਕੇ ਵੋਟ ਪਾਉਣ, ਇੱਕ ਤਾਂ ਮੈਂ ਪਹਿਲਾਂ ਹੀ ਦੱਸਿਆ ਡਬਲ ਇੰਜਨ ਦੀ ਸਰਕਾਰ, ਉਹ ਮੈਂ ਦੁਬਾਰਾ ਰਿਪੀਟ ਨਹੀਂ ਕਰਾਂਗਾ ਜੀ। ਔਰ ਦੂਸਰਾ ਮੈਂ ਇਹ ਦੱਸਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਗੁਰੂ ਦੀਆਂ ਬੇਅਦਬੀਆਂ ਦਾ ਇਨਸਾਫ ਮਿਲੇ, ਤਾਂ ਉਹ ਜਿਸ ਤਰ੍ਹਾਂ ਦਿੱਲੀ 'ਚ ਅਸੀਂ 84 ਦੇ ਦੰਗਿਆਂ ਦਾ ਇਨਸਾਫ ਦਿੱਤਾ, ਅਸਲੀ ਦੋਸ਼ੀਆਂ ਨੂੰ ਅੰਦਰ ਕਰਾਂਗੇ। ਜੇ ਤੁਸੀਂ ਕਹਿੰਦੇ ਹੋ ਕਿ ਡਰੱਗ ਮਾਫੀਆ ਖਤਮ ਹੋਵੇ, ਤੇ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ 'ਚ ਹੀ ਸੰਭਵ ਹੋ ਸਕਦਾ। ਜੇ ਤੁਸੀਂ ਚਾਹੁੰਦੇ ਹੋ ਮਾਈਨਿੰਗ ਮਾਫੀਆ ਖਤਮ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕੇਵਲ ਮਾਫੀਆ ਖਤਮ ਹੋਵੇ, ਅੱਜ ਮੈਂ ਕਾਂਗਰਸ ਨੂੰ ਪੁੱਛਦਾ, ਹੁਣ ਤਾਂ ਕਹਿ ਰਹੇ ਅਸੀਂ ਕੇਵਲ 100 ਰੁਪਏ ਦੇਵਾਂਗੇ, ਪਹਿਲਾਂ 500 ਰੁਪਏ 5 ਸਾਲ ਕਿਉਂ, ਪੌਣੇ 5 ਸਾਲ ਕਿਉਂ ਦਿੰਦੇ ਰਹੇ? ਇਹ ਸਾਰੇ ਦੋਸ਼ੀ ਨੇ ਉਹਦੇ 'ਚ। ਇਹ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਆਪਣੇ ਰੁਜ਼ਗਾਰ, ਆਪਣੇ ਘਰਾਂ ਨੂੰ ਵਧਾਉਂਦੇ ਨੇ, ਆਪਣੇ ਪਰਿਵਾਰਾਂ ਨੂੰ ਵਧਾਉਂਦੇ ਨੇ। ਜਿੱਥੇ ਰਾਜਾ ਵਪਾਰੀ ਹੋ ਜਾਂਦਾ, ਉੱਥੇ ਜਨਤਾ ਭਿਖਾਰੀ ਹੋ ਜਾਂਦੀ ਹੈ। ਇਹਨਾਂ ਨੇ ਜਨਤਾ ਨੂੰ ਭਿਖਾਰੀ ਬਣਾਇਆ। ਇਸ ਕਰਕੇ ਜੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਇਹੀ ਪੰਜਾਬ ਜਿਹੜਾ ਸੋਹਣਾ ਪੰਜਾਬ ਹੋਵੇ, ਇਹੀ ਪੰਜਾਬ 'ਚ ਅੱਛੀਆਂ ਸੜਕਾਂ ਹੋਣ, ਇਹੀ ਪੰਜਾਬ ਦੇ ਅੰਦਰ ਹਰ ਤਰ੍ਹਾਂ ਦੀਆਂ ਸਹੂਲਤਾਂ ਹੋਣ, ਕੁਆਲਿਟੀ ਐਜੂਕੇਸ਼ਨ ਹੋਵੇ, ਮੈਂ ਇਹਨਾਂ ਨੂੰ ਪੁੱਛਦਾ, ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿ ਕੇ ਗਏ ਨੇ, ਇਹ ਕਹਿੰਦੇ ਜੀ ਅਸੀਂ ਰਾਜਨੀਤੀ ਬਦਲਣ ਆਏ ਆ। ਜਦੋਂ ਰਾਜੇਵਾਲ ਜੀ ਨੇ ਕੇਜਰੀਵਾਲ ਜੀ ਨੂੰ ਸਬੂਤ ਦਿੱਤਾ ਵੀ ਆ ਸੁਣ ਲਓ ਆਪਣਾ, ਤੁਹਾਡੇ ਬੰਦੇ ਟਿਕਟਾਂ ਵੇਚ ਰਹੇ ਆ, ਤਾਂ ਕੇਜਰੀਵਾਲ ਜੀ ਨੇ ਕੀ ਕਿਹਾ? ਗੁੱਸੇ 'ਚ ਆ ਗਏ, ਗੱਲ ਨਹੀਂ ਸੁਣ ਸਕੇ, ਬਰਦਾਸ਼ਤ ਨਹੀਂ ਕਰ ਸਕੇ। ਇਹ ਪੰਜਾਬ ਨੂੰ ਬਦਲਣ ਨਹੀਂ ਆਏ, ਇਹ ਵੇਚਣ ਆਏ ਆ। ਇਹਨਾਂ ਤੋਂ ਪੰਜਾਬ ਪਹਿਲਾਂ, ਸਭ ਤੋਂ ਪਹਿਲਾਂ ਇਹਨਾਂ ਤੋਂ ਬਚਾਉਣਾ ਜ਼ਰੂਰੀ ਹੈ। ਉਹ ਜਦੋਂ ਰਾਘਵ ਚੱਡਾ ਬੋਲ ਰਹੇ ਸੀ ਨਾ, ਸਾਰੇ ਸਾਡੇ ਖਿਲਾਫ ਇਕੱਠੇ ਹੋਣਗੇ। ਮੈਂ ਪਹਿਲਾ ਆਦਮੀ ਜਿਹੜਾ ਕਹਿੰਦਾ ਕਿ ਆਮ ਆਦਮੀ ਤੋਂ ਪੰਜਾਬ ਨੂੰ ਜ਼ਰੂਰ ਬਚਾਓ। ਜੇ ਇੱਕ ਵਾਰ ਆ ਗਿਆ, ਬਾਰਡਰ ਸਟੇਟ ਆ, ਡਿਸਟਰਬ ਕਰਕੇ ਰੱਖ ਜਾਣਗੇ, ਇਹਨਾਂ ਦਾ ਕੀ ਜਾਊਗਾ? ਦਿੱਲੀ ਦੇ ਵਿੱਚ ਇਹਨਾਂ ਨੂੰ ਕੀ ਦੇਖ ਸਕਦੇ ਆ? ਦਿੱਲੀ ਦੇਸ਼ ਦੀ ਕੈਪੀਟਲ ਆ, ਕੇਂਦਰ ਸਰਕਾਰ ਉੱਥੇ ਪੈਸਾ ਦਿੰਦੀ ਆ। ਕੇਜਰੀਵਾਲ ਨੇ ਕਿਹੜੇ ਤੀਰ ਮਾਰਤੇ ਵਿਚਾਰੇ ਨੇ? ਝੂਠ ਹੀ ਝੂਠ ਬੋਲੀ ਜਾਂਦਾ। ਔਰ ਫਿਰ ਦਿੱਲੀ 'ਚ ਸਾਰੀਆਂ ਸੀਟਾਂ ਪਾਰਲੀਮੈਂਟ ਦੀਆਂ ਬੀਜੇਪੀ ਨੂੰ ਜਿਤਾਉਂਦੇ ਨੇ ਲੋਕ। ਦਿੱਲੀ ਦੇ ਵੋਟਰ ਦਾ ਆਪਣਾ ਮੂਡ ਹੈ ਨਾ। ਕਾਰਪੋਰੇਸ਼ਨ ਦੀਆਂ ਸੀਟਾਂ ਸਾਨੂੰ ਜਿਤਾਉਂਦੇ ਨੇ, ਦੂਸਰੀ ਵਾਰ ਸਾਡੀ ਕਾਰਪੋਰੇਸ਼ਨ ਬਣੀ ਹੈ, ਤੇ ਉੱਥੇ ਵਿਧਾਨ ਸਭਾ ਕੋਲ ਐਕਚੁਅਲੀ ਕੁਛ ਹੈ ਹੀ ਨਹੀਂ।
ਜੋ ਹੈ ਜਾਂ ਤਾਂ ਕਾਰਪੋਰੇਸ਼ਨ ਕੋਲ ਜਾਂ ਸਿੱਧਾ ਪਾਰਲੀਮੈਂਟ ਕੋਲ। ਤੇ ਇਸ ਕਰਕੇ ਕੇਜਰੀਵਾਲ ਜੀ ਜਿਹੜੇ ਦਿੱਲੀ ਮਾਡਲ ਕਰਦੇ ਆ ਨਾ, ਉਹ ਪੰਜਾਬ 'ਚ ਨਹੀਂ ਚੱਲਣਾ ਜੀ। ਔਰ ਕਾਂਗਰਸ ਜਿਸ ਤਰ੍ਹਾਂ ਦੀ ਸੱਤਾ ਚਲਾ ਰਹੀ ਹੈ ਉਹ ਤਾਂ ਸਾਰੇ ਲੋਕਾਂ ਦੇ ਸਾਹਮਣੇ ਆ ਕੇ ਫੇਲ ਹੋ ਗਿਆ ਔਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਚਾਹੇ ਠੀਕ ਆ, ਮੈਂ ਇਹ ਵੀ ਮੰਨਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਵੀ ਮੁੱਖ ਮੰਤਰੀ ਰਹੇ ਨੇ, ਉਹਦਾ ਜਵਾਬ ਉਹ ਆਪ ਦੇਣਗੇ। ਮੈਂ ਕਿਸੇ ਦੇ ਪਾਪ ਦਾ ਜਵਾਬ ਨਹੀਂ ਦੇਣ ਵਾਲਾ ਔਰ ਆਪਣੇ ਪਾਪਾਂ ਦਾ ਭੁਗਤਾਨ ਕੈਪਟਨ ਸਾਹਿਬ ਨੇ ਪਾਪ ਕੀਤਾ ਹੈ। ਕੈਪਟਨ ਸਾਹਿਬ ਤਾਂ ਪਾਪ ਮੰਨਦੇ ਹੋ ਵੀ 4.5 ਸਾਲ ਉਹਨੇ ਕੁਝ ਨਹੀਂ ਕੀਤਾ। ਇਹ ਪਾਪ ਹੀ ਹੈ ਨਾ ਵੀ ਜਨਤਾ ਜਿਹੜੀ ਹੈ ਤੁਸੀਂ ਉਹਦਾ ਕੋਈ ਭਲਾ ਨਾ ਕਰੋ ਜੀ। ਮੈਂ ਤਾਂ ਸਿੱਧੀ ਗੱਲ ਕਹਿਣਾ ਕਿ ਹਰ ਆਦਮੀ ਦੇ ਕਿਰਦਾਰ ਨੂੰ ਦੇਖੋ ਔਰ ਉਸ ਨੂੰ ਦੇਖ ਕੇ ਵੋਟ ਪਾਉਣ ਲੋਕ ਜੀ। ਔਰ ਕਿਸੇ ਪੋਲੀਟੀਕਲ ਪਾਰਟੀ ਨੂੰ ਇਸ ਤਰ੍ਹਾਂ ਨਾ ਦੇਖੋ। ਜੇ ਗਲਤ ਲੋਕ ਅੱਗੇ ਆਉਣਗੇ, ਮੈਂ ਆ ਦੇਖਦਾ ਐਮਐਲਏ ਦਾ ਐਸਾ ਜੋ ਕਹਿ ਰਹੇ ਸੀ 5-5 ਕਰੋੜ ਮੰਥਲੀ ਆਉਂਦੀ ਹੈ, ਸੱਟਾ ਐਮਐਲਏ ਚਲਾਉਂਦੇ ਨੇ ਔਰ ਇਹ ਜਿਹੜਾ ਬਾਕੀ ਜਿੰਨੇ ਗਲਤ ਕੰਮ ਨੇ ਸਾਰੇ ਇਲੀਗਲ ਮਾਈਨਿੰਗ ਆਪਣੇ ਹਲਕਿਆਂ 'ਚ ਐਮਐਲਏ ਕਰਾਉਂਦੇ ਨੇ ਜਾਂ ਹਲਕਾ ਇੰਚਾਰਜ ਕਰਾਉਂਦੇ ਨੇ। ਇਹ ਕਿਉਂ ਹੋਵੇ? ਲੋਕਾਂ ਨੂੰ ਤਾਂ ਉਹੀ ਰੇਤਾ ਮਹਿੰਗਾ ਮਿਲੇ, ਬਜਰੀ ਮਹਿੰਗੀ ਮਿਲੇ। ਤੇ ਇਹ ਜਿਹੜੀ ਲੁੱਟ ਹੋਈ ਆ, ਇਹਨਾਂ ਨੂੰ ਮੈਂ ਪੁੱਛਦਾ ਕਾਂਗਰਸ ਨੂੰ, ਪੌਣੇ 5 ਸਾਲ ਕਿਉਂ ਕੀਤੀ? ਹੁਣ 5 ਰੁਪਏ ਫੁੱਟ ਕਿਉਂ ਕਹਿੰਦੇ ਹੋ? ਇਹ ਸਾਰੀਆਂ ਚੀਜ਼ਾਂ ਦੇ ਜਵਾਬ ਦੇਣੇ ਪੈਂਦੇ ਆ ਔਰ ਠੀਕ ਨਹੀਂ ਹੈ ਜੀ। ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਹਰਜੀਤ ਸਿੰਘ ਗਰੇਵਾਲ ਨੇ ਆਪਣੀ ਜਿਹੜੀ ਗੱਲ ਤੇ ਆਪਣਾ ਵਿਜ਼ਨ ਰੱਖਿਆ, ਕਿਉਂ ਭਾਰਤੀ ਜਨਤਾ ਪਾਰਟੀ ਨੂੰ ਜਾਂ ਉਸ ਗੱਠਜੋੜ ਨੂੰ ਤੁਸੀਂ ਚੁਣੋ। ਤੇ ਮੈਂ ਫਿਰ ਇੱਕ ਵਾਰ ਇਹ ਕਹਿਣਾ ਕਿ ਮਰਜ਼ੀ ਨਾਲ ਪਾਓ ਜ਼ਰੂਰ ਵੋਟ। ਇਹ ਤਾਂ ਖੁਦ ਕਹਿੰਦੇ ਨੇ ਆਪਣੀ ਮਰਜ਼ੀ ਨਾਲ ਪਾਓ, ਇਹਨਾਂ ਨੇ ਤਾਂ ਬਿਲਕੁਲ ਕਿਹਾ ਹੀ ਨਹੀਂ ਕਿ ਸਾਨੂੰ ਪਾਓ, ਤਾਂ ਕਹਿੰਦੇ ਨੇ ਚੰਗੇ ਬੰਦਿਆਂ ਨੂੰ ਪਾਓ। ਮੇਰਾ ਖਿਆਲ ਹੈ ਸਾਰੇ ਇਹ ਚਾਹੁੰਦੇ ਨੇ ਕਿ ਚੰਗੇ ਬੰਦਿਆਂ ਦੀ ਜਿਹੜੀ ਸਰਕਾਰ ਬਣਨੀ ਚਾਹੀਦੀ ਹੈ। ਗਰੇਵਾਲ ਸਾਹਿਬ, ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਟਾਈਮ TV ਤੇ ਤੁਹਾਨੂੰ ਜਿਹੜਾ ਸਾਡੇ ਦਰਸ਼ਕਾਂ ਨੇ ਸੁਣਿਆ, ਉਹ ਜ਼ਰੂਰ ਤੁਹਾਡੇ ਜਿਹੜੇ ਵਿਚਾਰ ਸੁਣ ਕੇ ਆਪਦਾ ਮਨ ਬਣਾਉਣਗੇ।